अस्सलाम वालेकुम नाज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਇੱਥੇ ਦਰਜਾ ਹਰਾਰਤ ਬਾਹਰ 7 ਡਿਗਰੀ ਸੈਂਟੀਗ੍ਰੇਡ ਹੈ ਬੜੀ ਠੰਡੀ ਹਵਾ ਚੱਲ ਰਹੀ ਹੈ ਅੱਜ ਮੈਂ ਵੀ ਬੜਾ ਡਬਲ ਡੈਕਰ ਜਿਹਾ ਓਵਰਕੋਟ ਪਾ ਲਿਆ ਮੈਂ ਕਿ ਚਲੇ ਹੁਣ ਹਵਾ ਜਿੰਨੀ ਮਰਜ਼ੀ ਥੋੜੀ ਦੇਰ ਪਹਿਲਾਂ ਸੂਰਜ ਵੀ ਇੱਥੇ ਨਿਕਲੀ ਆਇਆ ਸੀ ਸਵੇਰ ਤੋਂ ਤੇ ਹੁਣ ਹਲਕੇ ਹਲਕੇ ਬਾਦਲ ਸੂਰਜ ਦੇ ਸਾਹਮਣੇ ਆ ਰਹੇ ਨੇ ਲੋ ਜੀ ਡਾਕਟਰ ਹਮਨਾ ਸਾਹਿਬ ਦੇ ਬਾਰੇ ਚ ਕੱਲ ਸਟਾਰਟ ਹੀ ਉੱਥੋਂ ਲਈਏ ਮੈਂ ਆਈਡੀ ਕਹੀ ਸੀ ਕਿ ਮੈਨੂੰ ਤੇ ਨਹੀਂ ਪਤਾ ਮੇਰਾ ਰਾਬਤਾ ਹੋਇਆ ਉਹਨਾਂ ਨਾਲ ਉਹ ਵਾਕਈ ਖਾਤੂਨ ਨੇ ਔਰ ਡਾਕਟਰ ਨੇ ਮੈਂ ਮੁਲਕ ਤੇ ਨਹੀਂ ਦੱਸਾਂਗਾ ਕਿਸੇ ਫਾਰ ਈਸਟਰਨ ਕੰਟਰੀ ਚ ਉਹ ਪ੍ਰੈਕਟਿਸ ਕਰਦੇ ਨੇ ਲੇਕਿਨ ਬੜੇ ਦਲੇਰ ਨੇ ਔਰ ਮੈਨੂੰ ਮੁਰਸ਼ਦ ਕਹਿੰਦੇ ਨੇ ਥੈਂਕ ਯੂ ਵੈਰੀ ਮੱਚ ਔਰ ਬੜੇ ਲੋਕਾਂ ਨੇ ਉਹਦੀ ਤਾਰੀਫ ਕੀਤੀ ਕਿ ਤੂੰ ਮੁਰਸ਼ਦ ਬੜਾ ਅੱਛਾ ਮੰਤਖਬ ਕੀਤਾ ਉਹ ਹਾਲੈਂਡ ਤੋਂ ਵੀ ਮੇਰੀ ਚੇਲੀ ਬਣੀ ਸੀ ਮੁਰਸ਼ਦ ਕਹਿੰਦੀ ਸੀ ਲੇਕਿਨ ਉਹ ਫਿਰ ਠੁੱਸ ਹੋ ਗਈ ਆ ਕੇ ਕਾਇਦੇ ਆਜ਼ਮ ਦੇ ਮਸਲੇ ਤੇ ਕਿ ਜੀ ਕਾਇਦੇ ਆਜ਼ਮ ਨੂੰ ਬੁਰਾ ਭਲਾ ਨਹੀਂ ਕਹਿਣਾ ਔਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਤੁਸੀਂ ਜਿਹੜਾ ਹੈ ਨਾ ਉਹ ਪੈਗੰਬਰ ਹੀ ਕਹਿਣਾ ਹੈ ਔਰ ਚੁੰਮਾ ਚਾਟਾ ਅਸੀਂ ਸਭ ਨੇ ਕਰਨਾ ਹੈ ਕੋਈ ਰੂਹਾਨੀ ਸ਼ਖਸੀਅਤ ਜਾਂ ਕਿਰਦਾਰ ਫੋਲੋ ਕਰਨੇ ਵਾਲਾ ਬੰਦਾ ਨਹੀਂ ਸਮਝਣਾ ਤੇ ਮੈਂ ਕਿਹਾ ਚਲੋ ਯਾਰ ਫਿਰ ਅਸੀਂ ਅਲੱਗ ਹੋ ਜਾਈਏ ਬਿਹਤਰ ਹੈ ਬਜਾਏ ਇਸ ਦੇ ਕਿ ਅਸੀਂ ਗੁੱਥਾਂ ਹੁੰਦੇ ਫਿਰੀਏ ਤੇ ਅਸਲ ਮਕਸਦ ਤੇ ਇਹ ਹੁੰਦਾ ਆ ਕਿ ਜੀ ਤੁਹਾਡੀ ਉਹ ਥਿੰਕਿੰਗ ਤੁਹਾਡਾ ਉਹ ਸਟੈਂਸ ਉਹਦੇ ਨਾਲ ਤੁਹਾਡਾ ਚੇਲਾ ਮੁਰੀਦ ਜਾਂ ਕੋਈ ਵੀ ਹੋਏ ਮੈਂ ਤੇ ਵੈਸੇ ਚੇਲੇ ਪਸੰਦ ਨਹੀਂ ਕਰਦਾ ਨਾ ਹੀ ਮੁਰੀਦ ਮੇਰੇ ਚੇਲੇ ਨੇ ਵੀ ਸਵੇਰ 3-4 ਪੈਗਾਮ ਦਿੱਤੇ ਸੀ ਉਹਨੇ ਕਿਹਾ ਤੁਸੀਂ ਇਹ 35 ਸਾਲ ਤੋਂ ਉੱਤੇ ਦੀਆਂ ਔਰਤਾਂ 1 ਕਰੋੜ ਕਹਿਤੀਆਂ ਹੈ ਸਾਰੀਆਂ ਟੂਈਆਂ ਨੇ ਸਾਰੀਆਂ ਟੂਈਆਂ 3 ਲੱਖ ਦਾ ਲਹਿੰਗਾ ਚਾਹੁੰਦੀਆਂ ਹੈ ਸਾਰੀਆਂ ਜਿਹੜੀਆਂ ਆ ਇਹ ਜਹੇਜ਼ਾਂ ਦੇ ਔਰ ਪਤਾ ਨਹੀਂ ਕੀ ਘਰਾਂ ਦੇ ਚੱਕਰ 'ਚ ਇਹ ਇਹਨਾਂ ਤੋਂ ਕਈ ਪੇਸ਼ਤਰ ਡਾਕਟਰ ਨੇ ਪ੍ਰੋਫੈਸ਼ਨਲਸ ਨੇ PhD ChD ਨੇ ਔਰ ਇਹ ਚਾਹੁੰਦੀਆਂ ਸੀ ਜੀ ਬੜਾ ਅੱਛਾ ਬੰਦਾ ਮਿਲੇ ਔਰ ਨਿਕਲਦੇ ਹੁਣ ਉਮਰ ਇਹਨਾਂ ਦੀ 40 ਸਾਲ ਹੋ ਗਈ ਹੈ ਹੁਣ ਇਹਨਾਂ ਨਾਲ ਕਿਹਨਾਂ ਨੇ ਵਿਆਹ ਕਰਨਾ ਹੈ ਤਾਲੀ ਦੋਨਾਂ ਹੱਥਾਂ ਦੇ ਨਾਲ ਵੱਜਦੀ ਹੈ ਤੇ ਤੁਸੀਂ ਸਰ ਉਹਦਾ ਤਸਕਰਾ ਹੀ ਗਲਤ ਤਰੀਕੇ ਨਾਲ ਕੀਤਾ ਅੱਛਾ ਬਾਬਾ ਚੇਲੇ ਮੈਂ ਤੇਰੀ ਗੱਲ ਮੰਨ ਲੈਂਦਾ ਦੋਨੋਂ ਬੰਨੇ ਕਸੂਰ ਹੋਏਗਾ ਲੇਕਿਨ ਕਸੂਰ ਤੇ ਸਭ ਤੋਂ ਵੱਡਾ ਮੁਆਸ਼ਰੇ ਦਾ ਆ ਕਸੂਰ ਤੇ ਸਾਡਾ ਸਭ ਦਾ ਆ ਕਿਉਂ ਨਹੀਂ ਤੁਹਾਡੇ ਤੋਂ ਬੰਦੇ ਡਾਕਟਰ ਹਮਨਾ ਔਰ ਨਜ਼ਰ ਚੌਹਾਨ ਵਰਗੇ ਨਿਕਲਦੇ ਕਿਉਂ ਨਹੀਂ ਜ਼ਰੂਰਤ ਦਿਖਾਉਂਦੇ ਇਹ ਮੇਰਾ ਮੈਂ ਕਲਿੱਪ ਦੇਖ ਰਿਹਾ ਸੀ ਕੱਲ ਫੇਸਬੁੱਕ ਤੇ 3 ਲੱਖ ਤੋਂ ਵੀ ਜ਼ਿਆਦਾ ਵਿਊਜ਼ ਲੈ ਗਿਆ ਫੇਸਬੁੱਕ ਤੇ ਮੇਰੀ ਤੇ ਠੀਕ ਹੈ ਜੀ ਉਹ ਮੈਂ ਇਹਨੂੰ ਕੋਈ ਮੁਨੀਰੇ ਮਿਸਤਰੀ ਸੂਰ ਨੂੰ ਨਾ ਮਾਂ ਭੈਣ ਦੀਆਂ ਗਾਲਾਂ ਦਿੱਤੀਆਂ ਆ ਗਈਆਂ ਸੀ ਠੀਕ ਹੈ ਜੀ ਇਹ ਤੁਸੀਂ ਇਹ ਮੇਰੀ ਹੈ ਪਤੂਈ ਜੀ ਜੈਕਟ ਜਿਹੜੀ ਮੈਂ ਪਾ ਕੇ ਵੀਲੌਗ 3-4 ਦਿਨ ਪਹਿਲਾਂ ਕੀਤਾ ਸੀ ਯਾਰ ਇਹ ਕੀ ਹੈ ਵੈਸੇ ਮਤਲਬ ਮੈਂ ਤਾਂ ਕਹਿੰਦਾ ਇਮਰਾਨ ਖਾਨ ਵੀ ਅਜੀਬੋ ਗਰੀਬ ਕਿਸਮ ਦਾ ਆਦਮੀ ਹੈ ਖੁਸਰੇ ਸਾਰੇ ਪਾਲ ਲਏ ਨੇ ਖੁਸਰੇ ਅਸੌਰੀਆਂ ਨੂੰ ਮਾਮੂਰ ਕਰ ਦਿੱਤਾ ਕਿ ਉਹ ਤਹਿਰੀਕ ਚਲਾਉਣਗੇ ਉਹ ਯਾਰ ਤੂੰ ਕੋਈ ਸਾਡੇ ਵਰਗੇ ਬੰਦੇ ਨੂੰ ਡਾਕਟਰ ਹਮਨਾ ਔਰ ਮੇਰੇ ਵਰਗੇ ਬੰਦੇ ਨੂੰ ਕਿਸੇ ਨੂੰ ਬਣਾ ਕੋਈ ਚੇਅਰਮੈਨ ਸਦਰ ਓਵਰਸੀਜ਼ ਦੇਖ ਅਸੀਂ ਫਿਰ ਦਮ ਮਸਕ ਲੰਦਰ ਤੇਰੇ ਤੇ ਬੰਦੇ ਆਪਸ 'ਚ ਯਾਰ ਲੜਦੇ ਫਿਰਦੇ ਨੇ ਮੈਂ ਇਮਰਾਨ ਖਾਨ ਦਾ ਸਗਾ ਹੂੰ ਉਹ ਇਮਰਾਨ ਖਾਨ ਦਾ ਸਗਾ ਹੈ ਉਹ ਕਦੀ ਆਦਲ ਰਾਜਾ ਚੜ ਜਾਂਦਾ ਆ ਪਹਿਲਾਂ ਉਹ ਚੜਿਆ ਹੋਇਆ ਹੁੰਦਾ ਸੀ ਉਹਦੇ ਤੇ ਉਹ ਗੰਡੇ ਤੇ ਹੁਣ ਉਹ ਚੜਿਆ ਹੋਇਆ ਸਹੇਲ ਅਫਰੀਦੀ ਤੇ ਕਿ ਵੀ ਮੰਮੀ ਡੈਡੀ ਹੈ ਕੁਛ ਨਹੀਂ ਕਰਨ ਡਿਆ ਉਹ ਵੈਸੇ ਅੱਜ ਆ ਕੇ ਬੈਠਾ ਬੂਠਾ ਸੀ ਬਾਹਰ ਔਰ ਲੱਗੇ ਸੀ ਉਹ ਦਮ ਮਸਕ ਲੰਦਰ ਕਰਨ ਤੇ ਮਨੀਰਾ ਮਿਸਤਰੀ ਸੂਰ ਕੁੱਤਾ ਉੱਥੇ ਦਾ ਉੱਥੇ ਹੀ ਆਰਾਮਜ਼ਾਦਾ ਲੋ ਜੀ ਮੁਨੀਰਾ ਮਿਸਤਰੀ ਸੂਰ 5 ਸਾਲ ਲਈ ਤੁਹਾਡੇ ਤੇ ਬਗੈਰ ਨੋਟੀਫਿਕੇਸ਼ਨ ਤੋਂ ਆਈਨੀ ਤਰਮੀਮ ਹੋਈ 26ਵੀਂ ਕਿ ਜੀ ਇਹਨੂੰ 2 ਸਾਲ 5 ਸਾਲ ਦਾ ਟੈਨਿਓਰ ਕਰ ਦਿੱਤਾ ਰਿਟਰੋਸਪੈਕਟਿਵ ਹੀ ਇਫੈਕਟ ਹੋਏਗਾ ਭਾਈ ਸਾਹਿਬ ਜਨਾਬ ਸਾਹਿਬ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕੁਛ ਨਹੀਂ ਮੈਂ ਤੇ ਜੀ ਹੈ ਆਪਣੇ ਜਰਨਲਿਸਟ ਤੋਂ ਕਹਾ ਮੈਂ ਤੇ ਜੀ ਨਵੰਬਰ 2027 ਤੱਕ ਹੈ ਠੀਕ ਹੈ ਜੀ उन लोगों ने कल फिर पढ़ा कि यार नोटिफिकेशन नहीं हो उन्होंने किया जी कहता नोटिफिकेशन जॉइंट चीफ ऑफ स्टाफ की पोस्ट खत्म हो गई है नैशनल डिफेंस चीफ जड़ा आया है ये आर्मी चीफ होएगा 3 ਉਹਦੇ ਰੱਖੀ ਬੈਠਾ ਆ ਦੇਖੋ ਅੱਲਾਹ ਤਾਲਾ ਦਾ ਮਤਲਬ ਕਹਿਰ ਤੁਹਾਡੇ ਤੇ ਉਦੋਂ ਨਾਜ਼ਲ ਹੁੰਦਾ ਜਦੋਂ ਆਪਣੇ ਆਪ ਨੂੰ ਤੁਸੀਂ ਇੰਨਾ ਜ਼ਿਆਦਾ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇੱਕ ਨੇ ਪ੍ਰੋਟੈਕਸ਼ਨ ਲਈ ਆਪਣੇ ਜਨਾਬ 26ਵੀਂ ਤਰਮੀਮ ਕਰਾਈ 2 ਸਾਲ ਐਕਸਟੈਂਡ ਕਰਾ ਲਿਆ ਫਿਰ 5 ਸਾਲ ਅੱਗੇ ਚਲੇਗਾ ਠੀਕ ਹੈ ਜੀ 7 ਸਾਲ ਹੋਰ ਦੂਸਰਾ ਇਹਨੇ ਕਰਾ ਲਿਆ ਜੀ ਕਿ ਇਹ 5 ਸਾਲ ਲਈ ਆਪਣੇ ਆਪ ਨੂੰ ਜਿਹੜਾ ਹੈ ਨਾ ਇਹਦੇ ਤੇ ਨੈਸ਼ਨਲ ਡਿਫੈਂਸ ਚੀਫ ਤੀਸਰਾ ਇਹਨੇ ਜ਼ਾਰੀ ਗੱਲ ਹੈ ਉਹ ਫਿਰ ਅਗਲੇ 5 ਸਾਲ ਲਏਗਾ ਫਿਰ ਉਹਨੂੰ ਚਲਾ ਲਏਗਾ ਤੀਸਰਾ ਇਹਨੇ ਫੀਲਡ ਮਾਰਸ਼ਲ ਤਾਹਿਆ
चौथी सदर की वारी है, वो 8वीं 28वीं तरमीम का इंतजार करन डे है। दमा दम मस्त कलंदर सदर बनेगा। और अल्लाह खैर सल्ला साढ़े इतने मुआशरे सिस्टम है इस वक्त ये है कि मैं वो जड़ा माजूर है, अल्लाह ताला उन्होंने सेहत दे। और डॉक्टर साहब ने, राणा साहब ने कोई दवाइयां बनाइया, मेरा ख्याल ਉਹਦੇ ਨਾਲ ਉਹ ਅੱਜ ਉਹਦੀ ਮੈਂ ਆਵਾਜ਼ ਬਿਹਤਰ ਸੁਣ ਰਿਹਾ ਸੀ। ਉਹਨੂੰ ਕੋਈ ਸ਼ਾਇਦ ਆ ਭੈਣ ਨੇ ਵੀ ਦਿੱਤਾ ਕੋਈ $100-200 ਯਾਰ ਤੁਸੀਂ ਹੋਰ ਕੋਈ ਕਰ ਸਕਦਾ ਹੈ। ਜਾਂ ਇੱਕ ਮੈਂ ਹੋਰ ਤਰੀਕਾ ਸੋਚ ਰਿਹਾ ਸੀ ਕਿ ਉਹ ਟਿਊਸ਼ਨਾਂ ਪੜ੍ਹਾਉਂਦਾ ਆ। ਕਹਿੰਦਾ ਮੈਨੂੰ 40,000 ਟਿਊਸ਼ਨ ਤੋਂ ਆਉਂਦਾ ਆ ਤੇ ਕੋਈ 80,000 ਦਾ ਖਰਚ ਹੋ ਜਾਂਦਾ, ਬਿਜਲੀਆਂ ਦੇ ਬਿੱਲ ਬੁੱਲ ਦੱਸਦਾ ਸੀ, ਏਰੀਅਰ ਚੋਂ ਚਲੇ ਜਾਂਦਾ ਆ, ਫਿਰ ਲੋਕ ਕੋਈ ਦਿੰਦੇ ਦਾਂਦੇ ਆ ਪੈਸੇ। ਕਹਿੰਦਾ ਟਿਊਸ਼ਨਾਂ ਜਿਹੜੀਆਂ ਨੇ, ਬੜੀ ਇੰਟਰਸਟਿੰਗ ਗੱਲ ਦੱਸ ਰਿਹਾ ਸੀ ਅੱਜ ਆਡੀਓ ਤੇ। ਲੋਕ ਕਹਿੰਦੇ ਆ ਸਾਡੇ ਕੋਲ ਪੈਸਾ ਨਹੀਂ ਜੀ, ਹੁਣ ਟਿਊਸ਼ਨ ਪੜ੍ਹਨ ਦਾ ਪੈਸੇ ਨਹੀਂ ਹੈ ਸਾਡੇ ਕੋਲ ਤੁਹਾਨੂੰ ਦੇਣ ਦੇ। ਠੀਕ ਹੈ ਜੀ, ਵੇਅਰ ਐਜ਼ ਮੇਰੇ ਬਿਜਲੀ ਦੇ ਬਿੱਲ ਔਰ ਬਿੱਲ ਸਾਰੇ ਵਧੀ ਜਾਂਦੇ ਆ, ਮੇਰੀਆਂ ਜ਼ਰੂਰੀਆਤ ਮਹਿੰਗੀਆਂ ਹੋਈ ਜਾ ਰਹੀਆਂ। ਪੀਪਲ ਡੋਂਟ ਰੀਅਲਾਈਜ਼। ਤੇ ਅਗਰ ਉਹਦੇ ਕੋਲ ਜਿਹੜੇ ਟਿਊਸ਼ਨ ਲਈ ਬੱਚੇ ਆਏ ਹੋਏ ਆ ਉਹਨਾਂ ਦਾ ਹੀ ਕੋਈ ਪੈਸਾ ਦੇ ਸਕੇ, ਦੈਟ ਇਜ਼ ਅ ਬੈਟਰ ਫॉर ਜ਼ਾਹਿਦ ਸਾਹਿਬ ਇਨ ਫੈਸਲਾਬਾਦ ਕਿ ਇੱਕ ਤੁਸੀਂ ਲਮਸਮ ਉਹਨਾਂ ਨੂੰ ਟਿਊਸ਼ਨ ਦੇ ਪੈਸੇ ਦੇ ਦਿਓ, ਉਹ ਉਹਨੇ ਬੱਚੇ ਪੜ੍ਹਾ ਦਿਆ ਕਰੇ। ਅੱਲਾ ਅੱਲਾ ਖੈਰ ਸੱਲਾ, ਇਹ ਤੇ ਬਹੁਤ ਅੱਛੀ ਚੀਜ਼ ਹੈ, ਬੜੀ ਨੇਕੀ ਹੋ ਜਾਏਗੀ। ਖੈਰ ਮੈਂ ਗੱਲ ਤੇ ਉੱਥੋਂ ਕੀਤੀ ਸੀ ਕਿ ਮਨੀਰਾ ਮਿਸਤਰੀ ਸੂਅਰ ਨੇ ਆਪਣੇ ਆਪ ਨੂੰ ਮਹਿਫੂਜ਼ ਕਰ ਲਿਆ, ਤੁਹਾਡਾ ਟੂਆ ਮਾਰ ਲਿਆ। ਇਹ ਸਾਰੇ ਹਰਾਮਜ਼ਾਦੇ ਕੁੱਤੇ ਫੌਜ ਇਕੱਠੀ ਹੋਈ ਹੈ ਬਗੈਰਤ 75 ਸਾਲ ਤੋਂ 78 ਸਾਲ ਤੋਂ ਤੁਹਾਡਾ ਟੂਆ ਮਾਰ ਰਹੀ ਹੈ। ਕੱਲ ਇੱਕ ਬੜਾ ਅੱਛਾ ਆਰਟੀਕਲ ਸੀ ਕਿ ਇਹ ਸਾਰੇ ਇਕੱਠੇ ਨੇ। ਹੁਣ ਤੁਸੀਂ ਦੇਖੋ 2 ਜਰਨੈਲ ਮਿਸ ਹੋ ਗਏ, ਇੱਕ ਜਿਹਨੇ ਮਿਲਟਰੀ ਚੀਫ बनना ਸੀ, ਦੂਸਰੇ ਨੇ ਜੁਆਇੰਟ ਚੀਫ ਆਫ ਸਟਾਫ बनना ਸੀ। ਠੀਕ ਹੈ ਨਾ ਜੀ, ਥੱਲੋਂ ਉਹ ਨਹੀਂ, ਉਹ ਹੁੰਦਾ ਹੀ ਰੇਡ, ਕਿਉਂਕਿ ਉਹ ਥੱਲੇ ਸਾਰੇ ਆਪਣੇ ਲਾਏ ਨੇ, ਉਹੀ ਉੱਤੇ ਆਏ ਨੇ। ਅੱਛਾ ਅੱਛਾ ਜੀ ਬੱਚੇ ਜਮਹੂਰੇ ਤੁਸੀਂ 3 ਸਟਾਰ ਸੀ, ਉਹਨਾਂ ਨੂੰ ਆਪਣੇ ਖਾਬੇ ਨਜ਼ਰ ਆਉਂਦੇ ਆ, ਉਹਨਾਂ ਨੂੰ ਆਪਣੇ ਦਾ ਦੱਪੇ, ਤੂੰ ਮੈਨੂੰ ਨਾ ਛੇੜ ਮੈਂ ਤੈਨੂੰ ਨਹੀਂ ਛੇੜਦਾ। ਬਹੁਤ ਵੱਡੀ ਹਰਾਮ ਜ਼ਦਗੀ, ਲੁੱਟ ਮਾਰ ਕੁੱਟ ਪੁਨਾਇਆ ਹੈ। ਠੀਕ ਹੈ ਜੀ, ਮੈਂ ਬਾਰ-ਬਾਰ ਇਹਨੂੰ ਕਹਿੰਦਾ ਹੁੰਦਾ। ਕੱਲ ਮੈਂ ਗਿਆ ਸੀ ਲਾਇਬ੍ਰੇਰੀ ਵੀ ਤੇ ਮੈਂ ਕੁਛ ਦੇਖ ਰਿਹਾ ਸੀ ਚੀਜ਼ਾਂ ਉੱਥੇ ਵੀ, ਤੇ ਕਮੈਂਟ ਉਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ कि पाकिस्तान मिलिट्री एकेडमी PMA के बजाय ऑफिसर ट्रेनिंग स्कूल OTS के शॉर्टकट के जरिए कैडेट बनने वाला आसिम मुनीर ककूल एकेडमी वाले दर्जनों जर्नैलों की नौकरी और प्रमोशन खा गया और किसी ने चूं तक भी नहीं की। क्यों नहीं की थी चूं तक? खामोश रहने की वजह ताबेदारी या वफादारी नहीं है, नो 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 नो, बल्कि फौज की करप्शन, बदनमानी, लूट मार, स्मगलिंग, गुंडागर्दी, लाकानूनियत, बदमाशी और फिस्तायत में हिस्सेदारी है। आई रिपीट दीज वर्ड्स, खामोश रहने की वजह ताबेदारी या वफादारी नहीं बल्कि फौज की करप्शन, बदनमानी, लूट मार, स्मगलिंग, गुंडागर्दी, लाकानूनियत, बदमाशी और फस्तायत में हिस्सेदारी है। काबिज फौज की इजादारी को खतरा है कि फौज की 77 साल बादशाहत खतरे में है, जर्नैलों के कड़े एहतसाब का खतरा है, इसलिए सब खामोश हैं। आर्मी के पास 2 फुल जनरल, 30 लेफ्टिनेंट जनरल और 194 मेजर जनरल हैं। इस वक्त 9 कोर फौज के लिए 29 लेफ्टिनेंट जनरल हैं, 18 डिवीजन के लिए 166 मेजर जनरल हैं, बाकी नीचे ब्रिगेडियर, कर्नल, लेफ्टिनेंट जनरल, मेजर का हिसाब लगा लें। इसके अलावा DGISPR जो कि कर्नल की रैंक की असामी थी, उस पर अब मेजर जनरल लगाया जाता है। यानी ट्विटर चलाने के लिए भी फौज जर्नैल इस्तेमाल करती है। एक जर्नैल से लेकर ब्रिगेडियर, लेफ्टिनेंट कर्नल तक हर एक फौजी पाकिस्तानी अवाम को कितने में पड़ता है, कभी इस बारे में आपने सोचा है? ठीक है जी, अगर हकीकत है आपके सामने आ जाए तो अवाम की आंखें खुल जाएं और सियासतदान फरिश्ते लगने लगे। ठीक है ना जी। ਉਹ ਵਾਕਈ ਇਹ ਮੈਂ ਕਹਿੰਦਾ ਹੁੰਦਾ ਉਹਨਾਂ ਨੂੰ। ਤੇ ਠਹਿਰੋ ਇਹ ਜ਼ਰਾ ਥੋੜਾ ਜਿਹਾ ਨਾ ਮੈਨੂੰ ਤੋਂ ਹਿਲ ਜਾਂਦਾ ਸਿਸਟਮ। अच्छा, फिर वो लिखते ने फरिश्ते लगने लगे। हुब्बुल वतनी का राग अलापने वाले अक्सर जर्नैलों के बच्चे यूरोप अमेरिका में महंगी तरीन यूनिवर्सिटियों में तालीम हासिल करते हैं और रिटायर होने के बाद ये जर्नैल खुद भी मुल्क से बाहर भाग जाते हैं। पिछले 4 आर्मी चीफ यानी जहांगीर, करामत, मुशर्रफ, कियानी और रहील शरीफ रिटायरमेंट के बाद मुल्क छोड़कर चले गए।
समझ नहीं आता कि लाख 2 लाख तनख्वाह पाने वाले ये सरकारी मुलाजिम अपने बच्चों को यूरोप और अमेरिका में पढ़ाने का खर्चा कैसे उठाते हैं, और अमेरिका या यूरोप की शहरियत इख्तियार करने के लिए लाखों डॉलर का बैंक बैलेंस कैसे बना लेते हैं। रिटायर्ड फौजियों और उनके खानदानों की फलाह के नाम पर ट्रस्ट और फलाही अदारे की आड़ में बैंक, इंश्योरेंस कंपनियां, फर्टिलाइजर, सीमेंट, सरिये की फैक्ट्रियां, डेयरी फार्म, शुगर और टेक्सटाइल मिलें, मिर्च मसाले की फैक्ट्रियां, यहाँ तक कि पेट्रोल पंप और शादी हाल तक चलाए जा रहे हैं। मुल्क की मईशत मुसलसल जवाल पजीर है, लोगों के कारोबार बंद हो रहे हैं, सरमाया डूब रहा है। लेकिन 1953 में मिलने वाले 18 लाख डॉलर से चैरिटी के नाम पर शुरू किए जाने वाला कारोबार तरक्की करते आज अरबों डॉलर का सरमाया बन गया है। क्या वजह यह है कि सिविलियन सरमायाकारों के 60 और 70 अरब की दहाइयों में शुरू किए गए सारे कारोबार जवाल का शिकार हुए, लेकिन फौजियों के कारोबार तरक्की करके अरबों डॉलर तक पहुंच गए। क्या इसकी वजह फौजियों की कारोबारी महारत? बिल्कुल नहीं, बिल्कुल नहीं। बल्कि वजह सिर्फ ये कि जिन लाइसेंसों और परमिटों के लिए आम सरमायादारों को करोड़ों रुपयों की जमानतें जमा करवानी पड़ती हैं, ये ऑटोमेटिकली ले लेते हैं। क्रेडिट लाइंस इन्होंने इधरली मिलिट्री इनकॉर्पोरेटेड डॉक्टर आयशा सदीका ने गालिबन 2002-3 छपी सी, इससे बारे छापी सी कि हुन इनकॉर्पोरेटेड मिलिट्री हो गई है। ते ये सारे राज्य के ये सारे मिलजुल के इस वक्त हरामजादे सारे खा रहे हैं। ठीक है जी। Here in the UK, we work hard and pay our way, yet Labour's policies have pushed the countries backwards. They keep tightening the noose on the working class through endless taxes while rewarding unemployment and incompetence in the name of support. The result, a divided nation where those who contribute feel punished and those who don't are treated like a protected class. This isn't progress, it's a manufactured segregation disgusted as a welfare. ਇਹ ਵੈਲਫੇਅਰ ਦੇ ਅਗੇਂਸਟ ਯੂਰਪ ਚ ਬਹੁਤ ਜ਼ਿਆਦਾ, ਔਰ ਗੋਰੇ ਬੜੇ ਬਿਫਰ ਗਏ ਨੇ ਯੂਕੇ ਵਗੈਰਾ ਚ, ਔਰ ਇੱਥੇ ਨਿਊਯਾਰਕ ਚ ਵੀ ਇਹ ਚੀਜ਼ਾਂ ਹੌਚਲ ਵੀ ਕਹਿ ਰਹੀ ਹੈ ਮਮਦਾਨੀ ਨੂੰ ਕਿ ਹਰਾਮਜ਼ਾਦੇ ਇਹ ਨਹੀਂ ਅਸੀਂ ਹੋਣ ਦੇਵਾਂਗੇ, ਇਹ ਹੁਣ ਮੁਫਤੇ ਜਿਹੜੇ ਹੈ ਨਾ ਇਹ ਨਹੀਂ ਚੱਲਣਗੇ, ਬਸ ਬਹੁਤ ਹੋ ਗਏ। अच्छा, नवाज दीवाने ने अपनी सियासत को खुद ही तबाह किया था जब कियानी के साथ मिलकर उसने बेनज़ीर भुट्टो को एक तरफ कर दिया था। नवाज की तबाही उस दिन शुरू हो गई थी। तकनीकी तौर पर बेनज़ीर नवाज शरीफ की सियासत की इंश्योरेंस पॉलिसी थी। बेनज़ीर मिलिट्री इस्टेब्लिशमेंट के लिए ख़तरा समझा जाती थी, इसलिए इस्टेब्लिशमेंट नवाज को बेनज़ीर के ख़िलाफ़ इस्तेमाल करती थी। जब बेनज़ीर को फारिग किया, नवाज भी फारिग हो गया। अब सिर्फ ढोल पीटने की कारआमद रह गया है। ज़रूरत पड़ने पर इसे इस्तेमाल किया जाता है। इमरान खान भी आसिम मुनीर की इंश्योरेंस पॉलिसी है। बहुत ज़बरदस्त उन्हें गाल की थी है कि वो एज एन इंश्योरेंस पॉलिसी एक्चुअली इन्हों यूज़ करते रहे, और वैसे बेसिकली यस गांडे ने बड़ी गलती की थी सी, और जड़ा फिर उस तो बाद तो बूबरन डेक्लेरेशन ते खैर जरदारी ने किया सी, जड़ा इन एनी केस वाज रॉन्ग। Today, Nawaz Sharif was wheeled out like freshly laundered seasonal clothes, polished, displayed, and entirely meaningless to the people of Pakistan. Irrelevant ਸੀ, meaningless ਸੀ, ਧੁੱਪਲਵਾਨ ਲਈ ਬਾਹਰ ਲਿਆਂਦਾ ਸੀ ਗਾਂਡੇ ਨੂੰ। And entirely meaningless. Forever 4 decades, he and his circle of political imbeciles have been recycled into power, systematically eroding the foundations of our nation while pretending to lead. फौज ने इन्हों कपड़े उतारो बदलवा के लौंडिया वेदिया हरामजादिया लिया और साढ़े ते नासल किया गया और तबाह बर्बाद मल कर दिता गया। The circulating rumors about Imran Khan's pure propaganda to test public nerves. Yes, so मैं कल ही दस दिता सी कि बिल्कुल प्रोपेगेंडा। कल मैनू बहुत सारे फोन आए, तुसी आज मेरी हेडिंग देख रहे हो कि मरिया इमरान खान नहीं, मरे 25 करोड़ ने जिन्होंने आज हुन 5 साल ਲਈ मुनीरा मिस्त्री सूअर ਨੂੰ ਭੁਗਤਣਾ ਪੈਗਾ। ਠੀਕ ਹੈ ਜੀ। If anything were to happen to him in custody, no one would be safe. Beyond the theatrics, Imran's detention serves as even more cynical purpose. It's a guarantee for international powers that they can keep figures like Asim and his cohorts under control. बिल्कुल इंटरनेशनल गारंटीज ने एक्चुअली
ਇੰਟਰਨੈਸ਼ਨਲ ਵੀ ਸਿਕਿਉਰਿਟੀ ਇਮਰਾਨ ਖਾਨ ਨੂੰ ਕਿਹਾ ਗਿਆ ਕਿ ਜਨਾਬ ਇਹਨੂੰ ਨਹੀਂ ਮਾਰਨਾ, ਠੀਕ ਹੈ ਨਾ, ਇਹਨੂੰ ਤਾਂ ਕਿ ਮਨੀਰੇ ਮਿਸਤਰੀ सूअर तो जो काम कराना चाहिए कराया जाए। Meanwhile, the people bear the cost. Suffer लोग कर रहे ने. The corrupt thrive and the puppet masters sit back, smiling at the chaos they orchestrate. 40 years of incompetence. Gandhi, 40 years. Deception and betrayal, yet somehow they are still presented as saviors. What a tragic farce for a nation with more hope than sense. ਬੰਦੇ ਨੂੰ ਵਨ ਕੀ ਫੀਲ ਲਾਈਕ ਵੋਮਿਟਿੰਗ। ਮੈਂ ਤੁਹਾਨੂੰ ਕਹਿੰਦਾ ਹੈ ਨਾ ਕਿ ਇਹਨਾਂ ਨੂੰ ਪਹਿਚੋ ਟ੍ਰੋਲਸ ਕਿੱਥੇ ਨੇ ਸਾਰੇ, ਠੀਕ ਹੈ ਜੀ। ਫਿਰ ਇਹਨਾਂ ਨੇ ਕਿਹਾ ਸੀ ਕਿ ਬਾਈ ਦੀ ਐਂਡ ਆਫ 2025 ਐਨ ਐਸਟੀਮੇਟਡ 16,500 ਮਿਲੀਅਨੇਅਰਸ ਇਨਕਲੂਡਿੰਗ ਇਹ ਸਾਹਿਬ ਖੁਦ ਕਹਿੰਦੇ ਨੇ ਮੇਰੇ ਆਰ ਐਕਸਪੈਕਟਡ ਟੂ ਲੀਵ ਦਾ ਯੂਕੇ। 16,500 ਸਾਰੀ ਗੱਲ ਹੈ ਯੂਕੇ 'ਚ ਰਿਹਾ ਹੀ ਕੁਛ ਨੇ, ਖੁਦ ਫੁੱਸ ਕਰ ਦਿੱਤਾ ਇਨਕਲੂਡਿੰਗ। Acha, the wealthy aren't fleeing opportunity, they are fleeing a system that punishes productivity and rewards stagnation. ਇਹ ਮੁੰਡਾ ਜਿਹੜਾ ਪੁਆਇੰਟ ਦੇ ਰਿਹਾ ਮੈਂ ਟਰੰਪ ਦਾ ਕਹਿੰਦਾ ਆ, ਜਿਹੜੇ ਕ੍ਰੀਏਟ ਕਰ ਰਹੇ ਨੇ ਚੀਜ਼ਾਂ, ਜਿਹੜੇ ਪ੍ਰੋਡਕਟਿਵ ਨੇ, ਉਹਨਾਂ ਤੇ ਟੈਕਸ ਨਾ ਲਾਓ, ਉਹਨਾਂ ਨੂੰ ਮਾਹੌਲ ਅੱਛਾ ਦਿਓ। ਹੁਣ ਮੈਂ ਕਿਹਾ ਨਾ ਮਮਦਾਨੀ ਟੈਕਸ ਨਹੀਂ ਲਾ ਸਕੇਗਾ ਰਿਚ ਨੂੰ ਬੱਸਾਂ ਫ੍ਰੀ ਕਰਨ ਲਈ। ਵਾਈ? ਕੰਮ ਕਰੋ। ਕਿਉਂ ਬੱਸਾਂ ਫ੍ਰੀ? ਵਾਈ? ਕਿਉਂ ਅਫੋਰਡੇਬਲ ਹਾਊਸਿੰਗ? ਕਿਉਂ? ਕੰਮ ਕਰੋ, ਦਫਾ ਹੋ ਜਾਓ। ਤੁਸੀਂ ਤੇ ਬਾਹਰੋਂ ਆਈ ਇਸ ਲਈ ਪੈਸੇ ਜ਼ਿਆਦਾ ਲਈ, ਡਾਲਰ ਦੇ ਚੱਕਰ ਤੁਸੀਂ ਆਏ। 90% ਇਮੀਗ੍ਰੇਸ਼ਨ ਇਨ US ਆਰ ਬਿਕੋਜ਼ ਆਫ ਦ ਡਾਲਰ। ਅੱਜ ਕਹਿ ਦਿਓ ਕਿ ਜੀ ਤੁਸੀਂ ਮੁਸਲਮਾਨੀ ਤੋਂ ਆਪਣਾ ਹਲਫ ਖਤਮ ਕਰ ਦਿਓ, ਨਹੀਂ ਤੇ ਅਮਰੀਕਾ ਛੱਡ ਦਿਓ। ਇੱਕ ਵੀ ਮੁਸਲਮਾਨ ਅਮਰੀਕਾ 'ਚ ਨਹੀਂ ਛੱਡੇਗਾ, ਇੱਕ ਵੀ। ਲੈਟ ਮੀ ਟੈਲ ਯੂ, ਅਮਰੀਕਾ ਨਹੀਂ ਛੱਡੇ ਇੱਕ ਵੀ। ਫਤਵੇ ਆ ਜਾਣਗੇ, ਕੋਈ ਨਹੀਂ, ਇਹਨਾਂ ਨੂੰ ਲਿਖ ਕੇ ਦੇ ਦਿਓ, ਇੱਥੇ ਰਹੋ, ਇਹਨਾਂ ਦਾ ਢੂਆ ਮਾਰਦੇ ਰਹੋ, ਠੀਕ ਹੈ ਨਾ ਜੀ, ਪਬਲਿਕ ਫੰਡਸ ਦਾ। Acha, many billionaires and millionaires have already packed up and moved on. When the people who create jobs and investment start exiting, ये jobs और investments create करते हैं, ठीक है ना? It's not a migration trend, it's a verdict on the country's direction. वैसे मैंने कल बहुत याद आ रहा सी Exit West मोहसिन हमीद ਦਾ ਨਾਵਲ। ਉਹ ਮੁੰਡੇ ਨੇ 2017 ਚੋਂ ਚੀਜ਼ਾਂ 16-17 'ਚ ਮੈਂ ਪੜ੍ਹਿਆ ਸੀ। ਮੋਹਸਿਨ ਹਮੀਦ ਦਾ ਬਹੁਤ ਜ਼ਬਰਦਸਤ ਹੈ। ਉਹਦੇ 'ਚ ਉਹਨੇ ਲਿਖਿਆ ਸੀ ਕਿ ਕਿਸ ਤਰ੍ਹਾਂ ਤੁਹਾਨੂੰ ਸਭ ਨੂੰ ਯੂਰਪ ਇਮੀਗ੍ਰੈਂਟਸ ਨੂੰ ਛੱਡਣਾ ਪਏਗਾ, ਔਰ ਇਸੇ ਤਰ੍ਹਾਂ ਅਮਰੀਕਾ ਵੀ ਇਹਨਾਂ ਨੂੰ ਛੱਡਣਾ ਪਏਗਾ, ठीक है। काला नाग चाहता तो आर्मी एक्ट के तहत ज़हनी मरीज आसिम मनीर को आइन तोड़ने के जुर्म में गिरफ्तार और कोर्ट मार्शल कर सकता था, मगर जनरल साहिद शमशाद मिर्जा 1.5 खरब रुपए की रिश्वत, मराहत और अपने खानदान की कैनेडियन नेशनैलिटी लेने की डील पर अपना ईमान, ज़मीर और हल्फ बेच कर रिटायर हुआ। काला कबाब पैसे ले और कितने मैं कहता ਅਸੀਂ ਘਰ ਛੱਡ ਛੱਡ ਦਿੱਤੇ, ਢੂਆ ਮਾਰਾਂਗੇ ਭੈਣ ਚੋਦਾ ਦੱਲੇ ਮਨੀਰਾ। ਇੱਕ ਇੱਕ ਫੌਜੀ ਨੂੰ ਅਸੀਂ ਪਾਕਿਸਤਾਨੀ ਚੌਕ ਟੰਗਾਂਗੇ, ਖੁਦਾ ਦੀ ਕਸਮ। ਅਸੀਂ 25 ਕਰੋੜ ਇੱਕ ਇੱਕ ਪਾਕਿਸਤਾਨੀ ਨੂੰ ਟੰਗਾਂਗੇ, ਫੌਜੀ ਨੂੰ। ਇਹਨਾਂ ਦੇ ਕੱਪੜੇ ਉਤਾਰ ਕੇ ਇਹਨਾਂ ਨੂੰ ਟੰਗਾਂਗੇ, ਆਰਾਮ ਸਾਰਿਆਂ ਨੂੰ, ਭੈਣ ਚੋਦਾ ਨੂੰ, ਜੋ ਇਹਨਾਂ ਨੇ ਸਾਡੀ ਮਾਂ ਧਰਤੀ ਦੇ ਨਾਲ ਕੀਤਾ। ਡੀਪ ਰਿਸਕਸ ਇਨ ਦ ਮਾਰਕੀਟ everywhere experts look. एक न्यूज़ सी कल about the every forecast was certain. Downtown's protests after being told is broke. ठीक है जी। Rail shares were bound to make a fortune, and many did, but not. The so-led stock market valuations of companies like Nvidia, ठीक है जी, at $5 trillion seem to be predicted on the assumption that rapid growth will go on, and some of the players spending billions of dollars have yet to turn a profit. AI ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀਜ਼ ਦੇ ਸਟਾਕਸ ਜਿਹੜੇ ਬੜੇ ਰਾਈਜ਼ ਕੀਤੇ ਹੈ, 5 ਟ੍ਰਿਲੀਅਨ ਤੱਕ ਉਹਦੇ ਐਸੈਟਸ ਪਹੁੰਚ ਗਏ ਨੇ। ਉਹ ਸ਼ੈਲੋ ਨੇ, ਹੋਲੋ ਨੇ, ਔਰ ਇਹ ਬਬਲ ਹੈ, ਇਹ ਕਿਸੇ ਵਕਤ ਫਟ ਜਾਣਾ। ਇਹ ਆਰਟੀਕਲ ਇਸ ਸਿਲਸਿਲੇ ਸੀ ਮੈਂ ਤੁਹਾਨੂੰ ਦੱਸ ਰਿਹਾ, ਠੀਕ ਹੈ ਜੀ। ਜਿਹੜੇ ਸਟਾਕਸ ਜਾਂਦੇ ਨੇ ਇਹਨਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਗੈਰਾ ਦੇ ਸਟਾਕਸ ਤੋਂ ਵੀ ਬਚ ਕੇ ਰਹੋ। ਫਿਰ ਉਹ ਤੋਂ ਬਾਅਦ ਤੋਂ ਇੱਕ
ਖਬਰ ਸੀ ਜੀ ਕਿ ਜਾਪਾਨ ਐਂਡ ਚਾਈਨਾ ਸਪਾਰ ਵਿਦ ਟਰੰਪ ਇਨ ਮਿਡਲ। ਟਰੰਪ ਦੀ ਨੂੰ ਗਾਲਿਬਨ ਮੰਡੇ ਵਾਲੇ ਦਿਨ ਸ਼ੀ ਦੇ ਨਾਲ ਮੁਲਾਕਾਤ ਹੋਈ ਹੈ ਔਰ ਟਰੰਪ ਨੇ ਕਿਹਾ ਇਫ ਐਨੀਵਨ needed evidence that a critical moment is developing in Asia Pacific. Diplomacy looked no further than the phone call on Monday between Xi Jinping or China, the top leader, President Trump. Oh, Mr. Trump, no, Japanese leader is taking the country's strongest stance since World War II. ठीक है जी, to assert that Taiwan's security is also Japan's security, while that has long been apparent to military planners given Taiwan's proximity to southern Japan and also to US bases there. Japan's new strategic portion has alarmed Beijing. ਠੀਕ ਹੈ ਜੀ, ਇਹ ਇਹਨਾਂ ਨੇ ਹੁਣ ਡਿਸਾਈਡ ਕੀਤਾ ਕਿ ਇਹ ਮੁਲਾਕਾਤ ਕਰਨਗੇ ਅਪ੍ਰੈਲ ਦੇ ਪਹਿਲੇ ਮਾਰਚ ਜਾਂ ਕਿਤੇ। ਚਾਈਨਾ ਹੈਜ਼ ਬੀਨ ਡੂਇੰਗ ਐਵਰੀਥਿੰਗ ਪੋਸੀਬਲ ਇਨ ਰੀਸੈਂਟ ਈਅਰਸ। ਅੱਛਾ ਜੀ, ਇਹ ਇਹਦੇ ਬਾਰੇ 'ਚ ਹੀ ਖਬਰ ਹੈ ਕਿ ਉਹ ਜਾਪਾਨ ਟੈਂਸ ਹੋ ਗਈ ਹੈ ਬੜੀ ਸਿਚੁਏਸ਼ਨ ਐਕਚੁਅਲੀ। According to a statement from Beijing, Mr. Xi emphasized to Mr. Trump that China and the US fought side by side against fascism and militarism. Now they should work together to safeguard the achievements of the victory in World War II. ਜਾਪਾਨ ਨੇ ਚੀਨ ਤੇ ਬਹੁਤ ਜ਼ਿਆਦਤੀਆਂ ਕੀਤੀਆਂ ਸੀ ਵਰਲਡ ਵਾਰ 2 ਤੇ, ਚੀਨੀ ਉਹ ਭੁੱਲ ਨਹੀਂ ਸਕਦੇ, ਇਸ ਲਈ ਜਾਪਾਨ ਨੂੰ ਬਹੁਤ ਖੌਫ ਆਉਂਦਾ ਹੈ, ਬਹੁਤ ਖਤਰਾ ਆਉਂਦਾ ਹੈ। ਬਹਰਹਾਲ ਇੱਥੇ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਦੇ ਹੈਵ ਡਿਸਾਈਡਡ ਟੂ ਮੀਟ, ਠੀਕ ਹੈ ਜੀ, ਐਂਡ ਇਹਦੇ ਬਾਰੇ 'ਚ ਔਨ ਮੰਡੇ ਇਹਨਾਂ ਦੀ ਮੀਟਿੰਗ ਹੋਈ ਸੀ, ਠੀਕ ਹੈ ਜੀ, ਫੋਨ ਕਾਲ ਹੋਈ ਸੀ। ਅੱਛਾ ਜੀ, ਉਹ ਤੋਂ ਬਾਅਦ ਤੋਂ ਖਬਰ ਸੀ ਕੱਲ੍ਹ ਹੀ ਸ਼ੀ presses Trump on Taiwan as they agree to meet in China in April. हाँ, अप्रैल 'ਚ ਇਹਨਾਂ ਨੇ ਮਿਲਣ ਦਾ ਫੈਸਲਾ ਕੀਤਾ। ਉਹ ਮੈਂ ਖਬਰ ਦੇਖ ਰਿਹਾ ਸੀ ਕਿ ਵਾਕਈ President Trump said on Monday that he had accepted an invitation from Xi Jinping, China's leader, to visit Beijing in April. That occurred while the next two leaders discussed several major issues between their nations, including Taiwan, the Ukraine war, and lackluster Chinese purchase of American soybeans. April 'ਚ ਦੋਨੋਂ ਲੀਡਰ ਮਿਲਣਗੇ, ਠੀਕ ਹੈ ਜੀ। ਮੈਂ ਤੁਹਾਨੂੰ ਇਸ ਲਈ ਇਹ ਖਬਰਾਂ ਦੱਸ ਰਿਹਾ ਕਿ ਕਿਸ ਤਰ੍ਹਾਂ ਟਰੰਪ ਇਜ਼ ਟਰਾਈਂਗ ਟੂ ਸੈਟਲ ਦ ਥਿੰਗਸ, ਪੀਸ ਲਿਆ ਕੇ ਆਪਣੀ ਅਮਰੀਕਾ ਨੂੰ ਫਸਟ ਪਲੇਸ ਕਰਕੇ ਮੇਕ ਅਮਰੀਕਾ ਗ੍ਰੇਟ ਅਗੇਨ ਫੋਕਸ ਰੱਖੇ। ਇਹ ਪਾਕਿਸਤਾਨੀਆਂ ਦੀ ਤਰ੍ਹਾਂ ਨਹੀਂ ਇਹ ਵੇਚ ਦਿਓ, ਇਹ ਫੌਜੀਆਂ ਲਈ ਟੁੱਟਦਾ ਫਿਰੇ, ਜੋ ਮਰਜ਼ੀ ਹੋਵੇ, ਠੀਕ ਹੈ ਜੀ। How good he is doing for the country, because I am an American national, I am a US citizen, so I like Trump for all these policies. ठीक है जी। अच्छा, फिर वो तो बात तो एक खबर सी कि US moves toward labeling Muslim Brotherhood as terrorists. ਇਹ ਪਰਸੋਂ ਦੀ ਖਬਰ ਸੀ, ਇਹਨੇ ਟਰੰਪ ਨੇ ਮੁਸਲਿਮ ਬ੍ਰਦਰਹੁੱਡ ਨੂੰ ਵੀ, ਜਿਹੜੀ ਕਿ ਲੈਬਨਾਨ 'ਚ ਬੜੀ ਐਕਟਿਵ ਹੈ, ਇਜਿਪਟ 'ਚ ਵੀ ਦਿੱਤੇ ਸੀ ਇਲੈਕਸ਼ਨ, ਤੇ ਇਹਨੂੰ ਟੈਰਰਿਸਟ ਡਿਕਲੇਅਰ ਕਰ ਦਿੱਤਾ। ਉਹ ਮੈਂ ਤੁਹਾਨੂੰ ਮੁਸਲਮਾਨਾਂ ਦਾ ਦੱਸਿਆ ਸੀ, ਹੁਣ ਇਹਨਾਂ ਨੇ ਪੱਟਰਾ ਮੁਸਲਮਾਨਾਂ ਦਾ ਕਰ ਦੇਣਾ, ਇਹਨਾਂ ਨੇ ਪਲਾਨ ਬਣਾਤਾ ਹੋਇਆ। ਫਿਰ ਇੱਕ ਹੋਰ ਖਬਰ ਸੀ, BBC exercises historians anti-Trump phrase from a lecture. ਇੱਕ ਹਿਸਟੋਰੀਅਨ ਦਾ BBC ਨਾਲ ਇੰਟਰਵਿਊ ਸੀ, ਉਹਨੇ ਉਹਦੇ ਟਰੰਪ ਨੂੰ ਕਰਪਟ ਕਹਿਤਾ ਸੀ। ਉਹਨਾਂ ਨੇ ਉਹ ਲਾਈਨ ਐਡਿਟ ਕੀਤੀ ਕਿਉਂਕਿ ਉਹ ਬਹੁਤ ਵਰਿਡ ਨੇ ਕਿ ਟਰੰਪ ਨੇ ਅੱਗੇ ਬਿਲੀਅਨ ਡਾਲਰ ਦਾ ਇਹਨਾਂ ਦੇ ਹਰਜਾਨੇ ਦਾ ਉਹ 6 ਜਨਵਰੀ ਦਾ ਕਿ ਇਹਨਾਂ ਨੇ ਐਡਿਟ ਕਰਕੇ ਉਹਦੀ ਤਕਰੀਰ ਨੂੰ ਕੀਤਾ। ਉਹ ਬਿਲੀਅਨ ਡਾਲਰ BBC ਤੋਂ ਜਿੱਤ ਸਕਦਾ ਸੀ, ਗਾਲਿਬਨ BBC ਨਾਲ ਕੋਈ ਸੈਟਲਮੈਂਟ ਹੋਇਆ। BBC ਵਰਗੇ ਇਦਾਰੇ ਵੀ ਹੁਣ ਉੱਪਰ ਨਹੀਂ। ਇਹ ਇੱਕ ਹਿਸਟੋਰੀਅਨ ਹੈ ਜਿਹਨੇ ਕਿ ਟਰੰਪ ਦੇ ਬਾਰੇ 'ਚ ਕੁਛ ਕਿਹਾ ਜੀ, ਤੇ ਉਹਨੂੰ ਜਿਹੜਾ ਆ the BBC and said it removed Rutger Bergman's line calling President Trump the most openly corrupt president on the advice of lawyers. ठीक है, lawyers ਦੇ ਕਹਿਣ ਤੇ ਉਹ BBC ਨੇ ਐਡਿਟ ਕਰ ਦਿੱਤਾ, ਠੀਕ ਹੈ ਜੀ। अच्छा जी, वो तो बात तो जनाब साहब मजीद खबरां हाल चलिए। अच्छा जी, लो जी, एक तो मैनू जरा फोटोज ते ओके स्लाइड तो मैं बनाना है। फेसिंग रशियन थ्रेट यूरोप डिबेट्स हाउ टू रीआर्म। एक बड़ा इंटरेस्टिंग सी कि हर यूरोपियन कंट्री ने ड्राफ्ट
ਵੋਲੰਟਰੀ ਮਿਲਟਰੀ ਪਾਰਟਿਸਿਪੇਸ਼ਨ ਮਿਲਟਰੀ ਟ੍ਰੇਨਿੰਗਸ ਸ਼ੁਰੂ ਕਰ ਦਿੱਤੀਆਂ ਕਿ ਜੋ ਰੂਸ ਨੇ ਯੂਕਰੇਨ ਦਾ ਹਾਲ ਕੀਤਾ ਵਾਰੀ ਵਾਰੀ ਸਾਡਾ ਵੀ ਕਰੇਗਾ। ਯੂਰਪ 'ਚ ਰਹਿਣਾ ਬਹੁਤ ਖਤਰਨਾਕ ਔਰ ਖੌਫਨਾਕ ਹੋ ਗਿਆ ਮੇਰੇ ਖਿਆਲ। ਕੰਟਰੀਜ਼ ਲਾਈਕ ਡੈਨਮਾਰਕ ਔਰ ਇਹ ਸਾਰੇ ਕੰਟਰੀਜ਼ ਜਿਹੜੇ ਆ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਹੁਣ ਫੋਰਸਿਸ ਰੱਖਾਂਗੇ, ਫੌਜ ਕਰਾਂਗੇ। The drones that have zeroed near airports in Germany, Poland, Belgium, Estonia, and frequent incidents of sabotage are chilling reminders of how Russia's relentless war in Ukraine could easily spill into Europe. ठीक है जी? Croatia, after bitter disagreements that touched on economics, politics, and military strategy, the German government decided this month to forego mandatory military service in favor of volunteer force bananda kiya, although it left to the door open to a draft if the number of recruits failed. Croatia took a different path. A few weeks restored conscription. Croatia ne zabardasti fauj jana. In Poland, plans are underway for every man to go through military training. ठीक है जी? Double its army to 5 lakh, 2 lakh to Denmark ने किया, which wants to grow its forces 70,000 to 2 lakh by 2003, extended its draft to include women and prolong the service period to 11 months from 4. ਇਹ ਯੂਰਪ ਜਿਹੜੇ ਪਾਕਿਸਤਾਨੀ ਸ਼ਾਨੀ ਇਹ ਸਾਰੇ ਗਏ ਹੋਏ ਡਰਾਫਟ ਤੇ ਜਾਓ ਯਾਰ, ਲੜੋ ਉਹਨਾਂ ਨਾਲ ਹੀ, ਠੀਕ ਹੈ ਨਾ? ਫਸ ਤੇ ਗਏ ਉੱਥੇ ਤੁਸੀਂ ਯੂਰਪ। ਫਿਰ ਰਸ਼ੀਆ strikes Ukraine and signals resistance to amended peace plan. ਉਹਨੇ ਕਿਹਾ ਕਿ ਅਗਰ ਟਰੰਪ ਇਹ ਜਿਹੜਾ ਪੀਸ ਪਲਾਨ ਹੈ ਅਜੇ ਤੇ 1-2 ਦਿਨ ਤੱਕ ਪਤਾ ਲੱਗੇਗਾ, ਇਹਦੇ ਜਗ੍ਹਾ ਕੋਈ ਅਮੈਂਡਮੈਂਟ ਟਰੰਪ ਨੇ ਕੀਤੀ ਆ ਤੇ ਅਸੀਂ ਐਸੀ ਦੀ ਤੈਸੀ ਤੁਹਾਡੀ ਫੇਰ ਦਿਆਂਗੇ। ਕੱਲ ਉਹਨਾਂ ਨੇ ਫੇਰ ਸਟ੍ਰਾਈਕ ਕੀਤੀ। Russia launched a deadly barrage of missiles and drones on the Ukrainian capital Kyiv. Acha ji, the attack on Kyiv killed 7 log and injured 20 others, according to the city's mayor. Acha ji, it came the Trump administration was working to maintain diplomatic momentum behind its effort to end the nearly 4-year-old war, which was jump-started last week when it presented a 28-point peace plan to Ukraine. ट्यूसडे मंगल वाले दिन अबू धाबी च मिले भी सी रशिया और यूक्रेन दे लोग and was heavily favored Russia in its initial form and was amended and streamlined in talks between Ukraine and Trump. Ukraine has indicated that its President Zelensky was prepared to go to Washington to finalize a deal with Trump. ਇਹ ਲੱਗਦਾ ਹੈ ਕਿ ਹੁਣ ਡੀਲ ਹੋ ਜਾਣੀ ਹੈ। ਟਰੰਪ ਦੀ ਬਹੁਤ ਵੱਡੀ ਸਕਸੈਸ ਹੋਏਗੀ। How the peace plan looks to Ukraine and Russia. एक जरा आर्टिकल सी मैं ਇਹਦੇ ਬਾਰੇ ਕੱਲ ਤੁਹਾਨੂੰ ਤਫਸੀਲਾਤ ਵੀ ਦੱਸ ਦਿਆਂਗਾ, but it was very good ਕਿ who lost, who won, ਇਹ ਬੜੇ ਇੰਟਰਸਟਿੰਗ ਫੈਕਟਸ ਨੇ। I'll keep it for tomorrow. ਅੱਛਾ, ਉਹ ਤੋਂ ਬਾਅਦ US emissions, Gazans living in compounds, envisions, ਅੱਛਾ compounds, ਟੈਂਟ ਦੀ ਬਜਾਏ ਕੰਪਾਊਂਡ ਬਣਾਏ ਜਾਣ ਗਾਜ਼ਨਸ ਲਈ, ਗਾਜ਼ਾ ਵਾਲਿਆਂ ਲਈ ਰਹਿਣ ਲਈ। ਯੂਐਸ ਅੜੀ ਫਸੀ ਕਰਨ ਡੇ ਹੈ ਇਸਰਾਈਲ ਦੇ ਨਾਲ ਓਵਰ ਦੀਸ, ਕਿਉਂਕਿ ਟੈਂਟਸ ਨੂੰ ਪਿੱਛੇ ਜੇ ਅੱਗ ਸ਼ੱਗ ਲੱਗ ਗਈ ਸੀ, ਬੜਾ ਮਸਲਾ ਹੋ ਗਿਆ ਸੀ। ਟਰੰਪ ਐਡਮਿਨਿਸਟ੍ਰੇਸ਼ਨ is pushing for the rapid construction of a number of residential compounds to provide housing for Palestinian and Israeli-controlled parts of the war-savage Gaza Strip. ਭਈ ਤੁਸੀਂ ਉਹਨਾਂ ਨੂੰ ਰਿਹਾਇਸ਼ ਨਹੀਂ ਦੇਵੋਗੇ ਤੇ ਉਹ ਕਿੱਥੇ ਰਹਿਣਗੇ? ਠੀਕ ਹੈ ਨਾ ਜੀ? The compounds or alternative safe communities, as US officials are calling them, will be concentrated in the eastern half of the Gaza, currently controlled by Israel since a ceasefire took effect. ਇਹ ਹੈ ਜਿਹਦੇ ਲਈ ਉਹ ਪਾਕਿਸਤਾਨੀ ਫੌਜ ਹੈ, ਪੀਸ ਕੀਪਿੰਗ ਔਰ ਇਸ ਤਰ੍ਹਾਂ ਦੀਆਂ ਬਕਵਾਸੀਆਤ ਵੀ ਹੋਣਗੀਆਂ। ਫਿਰ ਇੱਕ ਖਬਰ ਸੀ ਕਿ multiple signs of deep risks in the market, a moment of volatility for global economics. ਇਹ ਮੈਂ ਤਫਸੀਲਾਤ ਸਟਾਕਸ ਦੀਆਂ ਤੁਹਾਨੂੰ ਦੱਸ ਦਿੱਤੀਆਂ ਸੀ। ਇਹ ਫਰੰਟ ਪੇਜ ਤੇ ਕੱਲ ਨਿਊਯਾਰਕ ਟਾਈਮਸ ਨੇ ਦਿੱਤੀ ਸੀ। Trump considers extension of aid for Obamacare. Trump ਸੋਚ ਰਿਹਾ ਕਿ ਉਹ ਸਭ ਥੋੜੀ ਦਸੰਬਰ ਚ ਐਕਸਪਾਇਰ ਹੋ ਰਹੀ ਹੈ ਕਿ टिल द टाइम और नवा निज़ाम अच्छी तरह ना लाए, कुछ सब्सिडीज वगैरह अलाउ करते हैं। ही इज अंडर प्रेशर टू डू दैट। जो भी है, खान से पहले फौजी माफिया जनरल इतने नंगे नहीं थे और इस वक्त सोशल मीडिया नहीं था। अब तो इतने नंगे हो गए और फौजी जनरल सारे मुल्क के मुनीरे मिस्त्री के आगे लेटे हुए हैं।
बगैरत अब नहीं लगता है जनरल माफिया के ग्रुप में कोई गैरतमंद मुसलमान जनरल भी है मुमकिन। यस वेरी करेक्ट। ये तो ही भाई साहब असी अगे गल करके हटे हैं, ठीक है ना जी। अच्छा फिर सी के सोहेल अफरीदी ने पेशावर जलसे में क्या बोंगी मारी कि इमरान खान जब कॉल देंगे लॉन्ग मार्च के लिए निकलेंगे। ओ भाई जब कोई इमरान खान से मिलने देगा तो आपको डियाला की तरफ लॉन्ग मार्च का पैगाम मिलेगा। सोहेल अफरीदी का बयान दुकानदार के पैगाम के मुतरादिफ है कि कश्मीर की आज़ादी तक दुकान से तमाम सामान क्रेडिट पर बंद है। ना कश्मीर आज़ाद होगा ना ही सामान क्रेडिट पर मिलेगा। इमरान खान चीख चीख कर कह रहा है बाहर निकलो। यही थे बेचारे मैं और वो डॉक्टर अमना पिटते ने। सोहेल अफरीदी के पीछे दो बदरूहें खड़ी थी, एक सलमान अकरम राजा और दूसरा बैरिस्टर कौर। कल तक के लिए इजाजत, अल्लाह ने करी। हाँ।